Kanchan Outlook। प्रभ का सिमरन सब ते ऊंचा, प्रभ कै सिमरन उधरे मूचा। परमात्मा ਦਾ ਸਿਮਰਨ ਕਰਨਾ ਦੁਨੀਆ ਦੇ ਹੋਰ ਸਾਰੇ ਹੀ ਕਾਰਜਾਂ ਨਾਲੋਂ ਉੱਤਮ ਹੈ, ਉੱਚਾ ਹੈ। ਪ੍ਰਭ ਕੈ ਸਿਮਰਨ ਉਧਰੇ ਮੂਚਾ। ਮੂਚਾ ਤੋਂ ਭਾਵ ਬਹੁਤ ਸਾਰੇ। परमात्मा ਦਾ ਸਿਮਰਨ ਕਰਨ ਨਾਲ ਬਹੁਤ ਸਾਰੇ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ, ਸੰਸਾਰ ਸਮੁੰਦਰ ਨੂੰ ਪਾਰ ਲੰਘ ਜਾਂਦੇ ਹਨ, ਉਧਰ ਜਾਂਦੇ ਹਨ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਪਰਮਾਤਮਾ ਦਾ ਸਿਮਰਨ ਕੀਤਿਆਂ ਮਾਇਆ ਦੀ ਤ੍ਰੇ ਮਿਟ ਜਾਂਦੀ ਹੈ ਤੇ ਸਭ ਕਾਸੇ ਦੀ ਸਮਝ ਪੈ ਜਾਂਦੀ ਹੈ। ਮਾਇਆ ਦੇ ਜਿੰਨੇ ਵੀ ਖੇਲ ਹਨ ਉਹ ਸਮਝ ਦੇ ਵਿੱਚ ਪੈ ਜਾਂਦੇ ਨੇ ਕਿ ਕਿਵੇਂ ਇਹ ਮਾਇਆ ਸਾਡੇ ਮਨ ਨੂੰ ਗ੍ਰਸਦੀ ਹੈ। ਇਸ ਗੱਲ ਦੀ ਸੋਚੀ ਆ ਜਾਂਦੀ ਹੈ ਕਿ ਪ੍ਰਮਾਤਮਾ ਦਾ ਇਹ ਸਰਗੁਣ ਰੂਪ ਜੋ ਕਿ ਜਗਤ ਹੈ, ਇਹ ਸਾਡੇ ਹੰਢਾਉਣ ਲਈ ਬਣਿਆ ਹੈ। ਇਸ ਜਗਤ ਦੇ ਵਿੱਚ ਜੋ ਵਸਤਾਂ ਹਨ ਉਹ ਵਰਤਣ ਦੇ ਲਈ ਬਣੀਆਂ ਹਨ। ਉਹਨਾਂ ਨੂੰ ਵਰਤਣਾ ਵੀ ਚਾਹੀਦਾ ਹੈ, ਪਰ ਉਹਨਾਂ ਦੇ ਮੋਹ ਵਿੱਚ ਨਹੀਂ ਪੈਣਾ ਚਾਹੀਦਾ। ਜਦ ਤੱਕ ਸਾਡੇ ਕੋਲ ਹਨ, ਜਦ ਤੱਕ ਅਸੀਂ ਵਰਤ ਸਕਦੇ ਹਾਂ ਅਸੀਂ ਵਰਤੀਏ, ਜਦ ਨਹੀਂ ਰਹੀਆਂ ਤੇ ਭੁੱਲ ਜਾਈਏ। ਇਸ ਵਿਚਾਰ ਦੀ ਸਮਝ ਪੈ ਜਾਂਦੀ ਹੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਮਾਤਮਾ ਦਾ ਸਿਮਰਨ ਕੀਤਿਆਂ ਮੌਤ ਦਾ ਡਰ ਨਹੀਂ ਰਹਿ ਜਾਂਦਾ ਤੇ ਨਾਲ ਦੀ ਨਾਲ ਮਨ ਦੀਆਂ ਸਾਰੀਆਂ ਹੀ ਆਸਾਂ ਪੂਰੀਆਂ ਹੋ ਜਾਂਦੀਆਂ ਹਨ। ਪੂਰਨ ਆਸਾ ਨੂੰ ਵੀ ਸਮਝਣ ਦੀ ਲੋੜ ਹੈ। ਇਸ ਤੋਂ ਭਾਵ ਇਹ ਨਹੀਂ ਹੈ ਕਿ ਜੇਕਰ ਅਸੀਂ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਹਾਂ, ਪ੍ਰਮਾਤਮਾ ਦੇ ਕਰੀਬ ਹਾਂ, ਉਹਨੂੰ ਸਦਾ ਚੇਤੇ ਦੇ ਵਿੱਚ ਰੱਖਦੇ ਹਾਂ, ਤਾਂ ਕੋਈ ਵੀ ਦੁਨਿਆਵੀ ਆਸ ਅਸੀਂ ਆਪਣੇ ਮਨ ਦੇ ਵਿੱਚ ਪਾਲ ਲਈਏ ਤੇ ਉਹ ਪੂਰੀ ਹੋ ਜਾਏਗੀ। ਪੂਰਨ ਆਸਾ ਤੋਂ ਇਹ ਭਾਵ ਨਹੀਂ ਹੈ। ਪੂਰਨ ਆਸਾ ਤੋਂ ਅਸਲ ਦੇ ਵਿੱਚ ਭਾਵ ਹੈ ਕਿ ਆਸਾਂ ਦੀ ਤ੍ਰਿਪਤੀ ਹੋ ਜਾਂਦੀ ਹੈ। ਆਸਾਂ ਦੇ ਪੈਦਾ ਹੋਣ ਦਾ ਜੋ ਕਾਰਜ ਹੈ ਉਹ ਸੰਪੰਨ ਹੋ ਜਾਂਦਾ ਹੈ। ਦੁਨਿਆਵੀ ਆਸਾਂ ਮੁੱਕ ਜਾਂਦੀਆਂ ਨੇ। ਅਸੀਂ ਕਾਫੀ ਸਮਾਂ ਪਹਿਲਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਉਮੀਦ ਦੇ ਬਾਰੇ ਵਿੱਚ। ਉਸ ਵੀਡੀਓ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਰਹੇ ਹਾਂ ਤੇ ਉੱਪਰ ਵੀ ਸ਼ਾਇਦ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ। ਤਾਂ ਉਸ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਉਮੀਦ ਜੋ ਹੈ ਸਾਨੂੰ ਕਿਸ ਪ੍ਰਕਾਰ ਤੰਗ ਕਰਦੀ ਹੈ ਤੇ ਉਮੀਦ ਅਸੀਂ ਕਿੱਥੇ ਕਿੱਥੇ ਤੇ ਕੀ ਕੀ ਉਮੀਦ ਕਰਦੇ ਹਾਂ ਜ਼ਿੰਦਗੀ ਦੇ ਵਿੱਚ। ਸੋ ਪੂਰਨ ਆਸਾ ਤੋਂ ਭਾਵ ਹੈ ਕਿ ਸਾਡੀਆਂ ਜੋ ਉਮੀਦਾਂ ਲਾਉਣ ਦੀ ਵਿਰਤੀ ਹੈ ਉਹ ਖਤਮ ਹੋ ਜਾਂਦੀ ਹੈ। ਅਸੀਂ ਜੀਵਨ ਦੇ ਵਿੱਚ ਅੱਗੇ ਵੱਧਦੇ ਜਾਂਦੇ ਹਾਂ, ਜੋ ਸਾਡੇ ਕੋਲ ਹੈ ਉਹਦਾ ਆਨੰਦ ਮਾਣਦੇ ਜਾਂਦੇ ਹਾਂ, ਪਰ ਉਮੀਦ ਨਹੀਂ ਲਾਉਂਦੇ, ਆਸ ਨਹੀਂ ਕਰਦੇ ਕੋਈ। ਆਸਾਂ ਕਰਨ ਦੀ ਜੋ ਪ੍ਰਕਿਰਿਆ ਹੈ ਉਹ ਸੰਪੂਰਨ ਹੋ ਜਾਂਦੀ ਹੈ। ਅੱਗੇ ਚੱਲਦੇ ਹਾਂ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪਰਮਾਤਮਾ ਦਾ ਸਿਮਰਨ ਕੀਤਿਆਂ ਮਨ ਤੋਂ ਵਿਕਾਰਾਂ ਦੀ ਮੈਲ ਲੈ ਜਾਂਦੀ ਹੈ ਤੇ ਅੰਮ੍ਰਿਤ ਰੂਪ ਜ਼ਿੰਦਗੀ ਦੇਣ ਵਾਲਾ ਉਹ ਪ੍ਰਮਾਤਮਾ ਦਾ ਨਾਮ ਸਾਡੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ। ਪ੍ਰਭ ਜੀ ਵਸੈ ਸਾਧ ਕੀ ਰਸਨਾ। ਪ੍ਰਮਾਤਮਾ ਸਾਧ ਜਨਾਂ ਦੀ ਰਸਨਾ ਤੇ ਸੁਸ਼ੋਭਿਤ ਹਨ, ਉਹਨਾਂ ਦੀ ਜੀਵ ਤੇ ਵਿਰਾਜਮਾਨ ਹਨ। ਭਾਵ ਕਿ ਜੋ ਪ੍ਰਮਾਤਮਾ ਦੇ ਭਗਤ ਜਨ ਹਨ ਸਦਾ ਉਸ ਪ੍ਰਮਾਤਮਾ ਨੂੰ ਜਪਦੇ ਹਨ, ਉਹਦਾ ਸਿਮਰਨ ਕਰਦੇ ਹਨ। ਨਾਨਕ ਜਨ ਕਾ ਦਾਸਨ ਦਸਨਾ, ਹੇ ਨਾਨਕ ਮੈਂ ਵੀ ਉਹਨਾਂ ਗੁਰਮੁਖਾਂ ਦਾ, ਸੇਵਕਾਂ ਦਾ ਸੇਵਕ ਬਣਾ। ਪ੍ਰਭ ਕਉ ਸਿਮਰੈ ਸੇ ਧਨਵੰਤੇ, ਪ੍ਰਭ ਕਉ ਸਿਮਰੈ ਸੇ ਪਤਵੰਤੇ। ਬੜੇ ਹੀ ਸਰਲ ਜਿਹੇ ਅਰਥ ਹਨ ਇਹਨਾਂ ਸਾਰੇ ਹੀ ਸ਼ਬਦਾਂ ਦੇ ਜੋ ਆਪਾਂ ਹੁਣ ਪੜ੍ਹਦੇ ਪਏ ਹਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ, ਕਿ ਜੋ ਪ੍ਰਮਾਤਮਾ ਨੂੰ ਸਿਮਰਦੇ ਹਨ ਉਹੀ ਧਨਵਾਨ ਹਨ ਤੇ ਉਹੀ ਇੱਜ਼ਤ ਵਾਲੇ ਹਨ। ਪ੍ਰਭ ਕਉ ਸਿਮਰੈ ਸੇ ਜਨ ਪ੍ਰਵਾਨ। ਜਗਤ ਦੇ ਵਿੱਚ ਉਹ ਪ੍ਰਵਾਨ ਹੋ ਜਾਂਦੇ ਹਨ,
ਮੰਨੇ ਪ੍ਰਮੰਨੇ ਜਾਂਦੇ ਹਨ। ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਜਿਹੜੇ ਮਨੁੱਖ ਪ੍ਰਮਾਤਮਾ ਨੂੰ ਸਿਮਰਦੇ ਹਨ ਉਹੀ ਸ੍ਰੇਸ਼ਟ ਮਨੁੱਖ ਹਨ, ਪ੍ਰਧਾਨ ਹਨ। ਜ਼ਿਆਦਾਤਰ ਪ੍ਰਧਾਨ ਦੀ ਜੋ ਉਪਾਧੀ ਹੈ ਕਿਸੇ ਵੀ ਸੰਸਥਾ ਦੇ ਵਿੱਚ ਹੋਵੇ ਉਸ ਮਨੁੱਖ ਨੂੰ ਹੀ ਦਿੱਤੀ ਜਾਂਦੀ ਹੈ ਜਾਂ ਦਿੱਤੀ ਜਾਣੀ ਚਾਹੀਦੀ ਹੈ ਜੋ ਉਸ ਸੰਸਥਾ ਦੇ ਵਿੱਚ ਸ੍ਰੇਸ਼ਟ ਹੋਵੇ। ਸੋ ਜੇਕਰ ਜਗਤ ਨੂੰ ਅਸੀਂ ਸੰਸਥਾ ਮੰਨ ਲਈਏ ਤਾਂ ਜੋ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਉਹੀ ਇਸ ਸੰਸਥਾ ਦੇ ਵਿੱਚ ਪ੍ਰਧਾਨ ਹੈ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਜੋ ਉਸ ਪ੍ਰਮਾਤਮਾ ਨੂੰ ਸਿਮਰਦੇ ਹਨ ਉਹ ਕਿਸੇ ਹੋਰ ਦੇ ਮੁਤਾਜ ਨਹੀਂ ਰਹਿ ਜਾਂਦੇ, ਬਲਕਿ ਉਹ ਤੇ ਸਭ ਦੇ ਬਾਦਸ਼ਾਹ ਹੋ ਜਾਂਦੇ ਹਨ। ਜੇ ਕਿਸੇ ਰਾਜ ਦੇ ਵਿੱਚ ਅਸੀਂ ਬਾਦਸ਼ਾਹ ਦੀ ਉਪਾਧੀ ਦੀ ਗੱਲ ਕਰੀਏ ਤਾਂ ਉਹ ਮਨੁੱਖ ਹੁੰਦਾ ਹੈ ਜਿਸ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੁੰਦੀ। ਜੋ ਬਾਦਸ਼ਾਹ ਹੁੰਦਾ ਹੈ ਉਹ ਕਿਸੇ ਦਾ ਮੁਤਾਜ ਨਹੀਂ ਹੁੰਦਾ, ਬਲਕਿ ਦੂਜਿਆਂ ਤੇ ਆਪਣਾ ਰਾਜ ਚਲਾਉਂਦਾ ਹੈ। ਸੋ ਜੋ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ ਉਹ ਵੀ ਕਿਸੇ ਦੇ ਮੁਤਾਜ ਨਹੀਂ ਰਹਿ ਜਾਂਦੇ, ਬਲਕਿ ਸਭ ਦੇ ਬਾਦਸ਼ਾਹ ਬਣ ਜਾਂਦੇ ਹਨ। ਇਹਦਾ ਇਹ ਮਤਲਬ ਤੇ ਨਹੀਂ ਖੈਰ ਕਿ ਉਹ ਦੂਜਿਆਂ ਤੇ ਆਪਣਾ ਰਾਜ ਚਲਾਉਣ ਲੱਗ ਜਾਂਦੇ ਹਨ, ਪਰ ਉਹ ਰਾਜ ਆਪਣੇ ਆਪ ਹੀ ਚੱਲ ਜਾਂਦਾ ਹੈ ਜਦੋਂ ਲੋਕ ਤੁਹਾਨੂੰ ਸਭ ਤੋਂ ਸ੍ਰੇਸ਼ਟ ਮੰਨਣ ਲੱਗ ਜਾਣ। ਗੁਰੂ ਸਾਹਿਬਾਨਾਂ ਨੇ ਕਦੇ ਰਾਜ ਨਹੀਂ ਕੀਤਾ, ਲੋਕਾਂ ਤੇ ਉਸ ਪ੍ਰਕਾਰ ਰਾਜ ਨਹੀਂ ਕੀਤਾ ਜਿਸ ਪ੍ਰਕਾਰ ਕਿ ਉਸ ਵਕਤ ਦੇ ਰਾਜੇ ਰਾਜ ਕਰਿਆ ਕਰਦੇ ਸਨ, ਪਰ ਲੋਕਾਂ ਦੇ ਦਿਲਾਂ ਦੇ ਉੱਤੇ ਅੱਜ ਵੀ ਰਾਜ ਕਰਦੇ ਹਨ, ਕਿਉਂਕਿ ਉਹ ਜੋ ਰਾਜ ਸੀ ਉਹ ਆਪਣੇ ਆਪ ਪੈਦਾ ਹੋਇਆ ਸੀ। ਜੋ ਗੁਰੂ ਸਾਹਿਬਾਨ ਬਾਦਸ਼ਾਹ ਬਣੇ ਲੋਕਾਂ ਦੇ ਦਿਲਾਂ ਦੇ, ਉਹ ਆਪਣੇ ਆਪ ਬਣੇ। ਉਹਨਾਂ ਨੇ ਕਿਸੇ ਨੂੰ ਕਿਹਾ ਨਹੀਂ, ਕਿਸੇ ਨੂੰ ਧੱਕੇ ਦੇ ਨਾਲ ਜਾਂ ਜ਼ੁਲਮ ਦੇ ਨਾਲ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ। ਪ੍ਰਮਾਤਮਾ ਦੀ ਮਿਹਰ ਹੀ ਇਸ ਪ੍ਰਕਾਰ ਦੀ ਸੀ ਕਿ ਉਹ ਪ੍ਰਮਾਤਮਾ ਦੇ ਨਾਲ ਸਾਂਝ ਪਾਈ ਰੱਖੀ ਤੇ ਲੋਕ ਉਹਨਾਂ ਦੇ ਨਾਲ ਜੁੜਦੇ ਗਏ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸ਼ੀ। ਜੋ ਉਸ ਪਰਮਾਤਮਾ ਨੂੰ ਸਿਮਰਦੇ ਹਨ ਉਹ ਸਦਾ ਹੀ ਸੁਖੀ ਵਸਦੇ ਹਨ ਅਤੇ ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਨ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ। ਪਰ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਉਹੀ ਮਨੁੱਖ ਲੱਗਦੇ ਹਨ ਜਿਨ੍ਹਾਂ ਦੇ ਉੱਤੇ ਉਹ ਪ੍ਰਮਾਤਮਾ ਆਪ ਮਿਹਰਬਾਨ ਹੁੰਦਾ ਹੈ। ਜਦ ਤੱਕ ਉਹ ਪ੍ਰਮਾਤਮਾ ਸਾਡੇ ਮਨ ਦੇ ਵਿੱਚ ਆਪ ਪ੍ਰੇਰਣਾ ਪੈਦਾ ਨਾ ਕਰੇ ਉਦੋਂ ਤੱਕ ਅਸੀਂ ਪ੍ਰਮਾਤਮਾ ਦਾ ਸਿਮਰਨ ਨਹੀਂ ਕਰ ਸਕਦੇ। ਨਾਨਕ ਜਨ ਕੀ ਮੰਗੈ ਰਵਾਲਾ, ਹੈ ਨਾਨਕ ਕੋਈ ਵਡਭਾਗੀ ਮਨੁੱਖ ਹੀ ਹੁੰਦਾ ਹੈ ਜਿਹੜਾ ਗੁਰਮੁਖਾਂ ਦੀ ਚਰਨ ਧੂੜ ਮੰਗਦਾ ਹੈ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ। ਜੋ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ ਉਹ ਪਰ ਉਪਕਾਰੀ ਹੋ ਜਾਂਦੇ ਹਨ, ਲੋਕਾਂ ਦਾ ਭਲਾ ਕਰਨ ਵਾਲੇ ਹੋ ਜਾਂਦੇ ਹਨ। ਕਿਸੇ ਦੀ ਦੁੱਖ ਤਕਲੀਫ ਉਹਨਾਂ ਤੋਂ ਵੇਖੀ ਨਹੀਂ ਜਾਂਦੀ, ਜੋ ਵੀ ਉਹਨਾਂ ਦੇ ਹੱਥ ਵੱਸ ਹੈ ਉਹ ਕਰਦੇ ਹਨ ਕਿਸੇ ਦੀ ਦੁੱਖ ਤਕਲੀਫ ਨੂੰ ਦੂਰ ਕਰਨ ਦੇ ਲਈ। ਗੁਰੂ ਜੀ ਕਹਿੰਦੇ ਕਿ ਜੋ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ ਅਤੇ ਪਰਉਪਕਾਰੀ ਹੋ ਜਾਂਦੇ ਹਨ, ਤਿੰਨ ਸਦ ਬਲਿਹਾਰੀ ਕਿ ਮੈਂ ਸਦਾ ਹੀ ਉਹਨਾਂ ਤੋਂ ਸਦਕੇ ਜਾਂਦਾ ਹਾਂ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ। ਜਿਹੜੇ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ ਉਹਨਾਂ ਦੇ ਮੁਖ ਸੁਹਾਵਣੇ ਹੋ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਸੁੱਖਾਂ ਦੇ ਵਿੱਚ ਗੁਜ਼ਰਦੀ ਹੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਜੋ ਪ੍ਰਮਾਤਮਾ ਨੂੰ ਸਿਮਰਦੇ ਹਨ ਉਹ ਆਪਣੇ ਆਪ ਨੂੰ ਜਿੱਤ ਲੈਂਦੇ ਹਨ ਤੇ ਉਹਨਾਂ ਦੀ ਜ਼ਿੰਦਗੀ ਜਿਉਣ ਦੀ ਜੋ ਰੀਤ ਹੈ ਉਹ ਪਵਿੱਤਰ ਹੋ ਜਾਂਦੀ ਹੈ। ਜ਼ਿੰਦਗੀ ਜਿਉਣ ਦਾ ਤਰੀਕਾ ਪਵਿੱਤਰ ਹੋ ਜਾਂਦਾ ਹੈ। ਆਪਣੀ ਜ਼ਿੰਦਗੀ ਨੂੰ ਉਹ ਵਿਕਾਰਾਂ ਦੇ ਆਸਰੇ ਨਹੀਂ ਜਿਉਂਦੇ, ਕਿਸੇ ਦੇ ਨਾਲ ਕੋਈ ਈਰਖਾ ਨਹੀਂ ਰੱਖਦੇ, ਪਿਆਰ ਸਹਿਤ ਇਸ ਜਗਤ ਦੇ ਵਿੱਚ ਵਿਚਰਦੇ ਹਨ। ਪ੍ਰਭ ਕੋ ਸਿਮਰੈ ਤਿਨ ਅਨੰਦ ਘਨੇਰੇ। ਉਹਨਾਂ ਦੇ ਜੀਵਨਾਂ ਦੇ ਵਿੱਚ ਘਨੇਰੇ ਭਾਵ ਬਹੁਤ ਸਾਰੀਆਂ,
ਖੁਸ਼ੀਆਂ ਹੀ ਖੁਸ਼ੀਆਂ, ਆਨੰਦ ਹੀ ਆਨੰਦ ਹੁੰਦਾ ਹੈ। ਪ੍ਰਭ ਕੋ ਸਿਮਰੈ ਬਸੇ ਹਰ ਨੇਰੇ। ਉਹ ਸਦਾ ਹੀ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਵਸਦੇ ਹਨ। ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰਾ ਭਾਗ। ਸੰਤਾਂ ਦੀ ਕਿਰਪਾ ਦੇ ਨਾਲ ਸਿਮਰਨ ਦੀ ਜਾਗ ਆ ਸਕਦੀ ਹੈ। ਸੰਤਾਂ ਦੀ ਕਿਰਪਾ ਹੋਏ ਤੇ ਵਿਕਾਰਾਂ ਦੀ ਨੀਂਦ ਸੁੱਤਾ ਹੋਇਆ ਮਨੁੱਖ ਜਾਗ ਜਾਂਦਾ ਹੈ ਤੇ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਜੁੜ ਜਾਂਦਾ ਹੈ। ਲੇਕਿਨ ਗੁਰੂ ਜੀ ਕਹਿੰਦੇ, ਨਾਨਕ ਸਿਮਰਨ ਪੂਰਾ ਭਾਗ। ਇਹ ਜੋ ਸਿਮਰਨ ਦੀ ਦਾਤ ਹੈ, ਵੱਡੀ ਕਿਸਮਤ ਨਾਲ ਮਿਲਦੀ ਹੈ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ। ਜੋ ਪ੍ਰਮਾਤਮਾ ਦਾ ਸਿਮਰਨ ਕਰਨ ਵਾਲੇ ਮਨੁੱਖ ਹਨ, ਉਹਨਾਂ ਦੇ ਸਾਰੇ ਹੀ ਕਾਰਜ ਪੂਰੇ ਹੋ ਜਾਂਦੇ ਹਨ। ਹੁਣ ਇੱਥੇ ਕਾਰਜ ਪੂਰੇ ਤੋਂ ਵੀ ਪੂਰਨ ਆਸਾ ਵਾਲਾ ਹੀ ਭਾਵ ਹੈ ਕਿ ਉਹ ਮਨੁੱਖ ਲੋੜਾਂ ਦੇ ਅਧੀਨ ਨਹੀਂ ਰਹਿੰਦੇ। ਦੂਜੀ ਗੱਲ ਕਿ ਉਹਨਾਂ ਨੂੰ ਕੋਈ ਵੀ ਕਾਰਜ ਨਹੀਂ ਲੱਗਦਾ। ਆਮ ਜ਼ਿੰਦਗੀ ਦੇ ਵਿੱਚ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਜਦੋਂ ਕੰਮ ਦੀ ਗੱਲ ਆਉਂਦੀ ਹੈ ਕਿ ਅਸੀਂ ਕੰਮ ਕਰਨਾ ਹੈ, ਤਾਂ ਸਾਨੂੰ ਉਹ ਕੰਮ ਲੱਗਦਾ ਹੈ। ਬਹੁਤੀ ਵਾਰ ਤੇ ਬਹੁਤੇ ਮਨੁੱਖਾਂ ਦੇ ਨਾਲ ਅਜਿਹਾ ਹੀ ਹੁੰਦਾ ਹੈ ਕਿ ਉਹਨਾਂ ਦਾ ਦਿਲ ਨਹੀਂ ਕਰਦਾ ਕਿ ਉਹ ਕੰਮ ਤੇ ਜਾਣ, ਪਰ ਮਜਬੂਰੀਆਂ ਵਸ ਜਾਣਾ ਪੈਂਦਾ ਹੈ। ਜੇਕਰ ਕੋਈ ਉਹਨਾਂ ਨੂੰ ਆ ਕੇ ਕਹੇ ਕਿ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ, ਤੁਸੀਂ ਘਰ ਬੈਠ ਜਾਓ ਤੇ ਤੁਹਾਡੀ ਹਰ ਜ਼ਰੂਰਤ ਪੂਰੀ ਕੀਤੀ ਜਾਏਗੀ, ਤਾਂ ਜ਼ਿਆਦਾਤਰ ਮਨੁੱਖ ਇਸ ਆਫਰ ਨੂੰ ਸਵੀਕਾਰ ਕਰ ਲੈਣਗੇ, ਕਿਉਂਕਿ ਕੰਮ ਕਰਨ ਨੂੰ ਸਾਡਾ ਦਿਲ ਨਹੀਂ ਕਰਦਾ। ਇਹ ਸਾਡੀ ਬਿਰਤੀ ਨਹੀਂ ਹੈ। ਜੇਕਰ ਅਸੀਂ ਪੁਰਾਣੇ ਸਮਿਆਂ ਦੇ ਵਿੱਚ ਝਾਤ ਮਾਰੀਏ, ਪੁਰਾਣੇ ਸਮਿਆਂ ਤੋਂ ਭਾਵ ਕਿ ਜਦ ਮਨੁੱਖ ਜੰਗਲਾਂ ਦੇ ਵਿੱਚ ਰਹਿੰਦੇ ਸਨ, ਸਾਡਾ ਜੋ ਮਨ ਹੈ, ਸਾਡੀ ਜੋ ਮਾਨਸਿਕਤਾ ਹੈ, ਇਹ ਕੋਈ ਪਿਛਲੇ 100 ਜਾਂ 1000 ਸਾਲਾਂ ਦੇ ਵਿੱਚ ਤਿਆਰ ਨਹੀਂ ਹੋਈ। ਸਾਡੀ ਮਾਨਸਿਕਤਾ ਕਈ ਹਜ਼ਾਰਾਂ ਸਾਲ ਪਹਿਲਾਂ ਜਦੋਂ ਮਨੁੱਖ ਬਣਿਆ ਉਦੋਂ ਤੋਂ ਤਿਆਰ ਹੋਈ ਹੈ, ਤੇ ਸਾਡੀ ਮਾਨਸਿਕਤਾ ਅੱਜ ਵੀ ਉਹ ਹੀ ਹੈ। ਸਾਡਾ ਸਰੀਰ ਅੱਜ ਵੀ ਉਸੇ ਪ੍ਰਕਾਰ ਹੀ ਕਾਰਜ ਕਰਦਾ ਹੈ। ਤਾਂ ਜਦੋਂ ਮਨੁੱਖ ਜੰਗਲਾਂ ਦੇ ਵਿੱਚ ਰਹਿੰਦਾ ਸੀ, ਉਦੋਂ ਉਹਦੀ ਕੋਈ ਮਿੱਥੀ ਦਿਨਚਰਿਆ ਨਹੀਂ ਹੁੰਦੀ ਸੀ। ਉਹਨਾਂ ਕੋਲ ਅੱਜ ਦੇ ਵਾਂਗ ਕੰਮ ਨਹੀਂ ਹੁੰਦਾ ਸੀ। ਜੇਕਰ ਕੋਈ ਕਾਰਜ ਸੀ ਤਾਂ ਉਹ ਇੰਨਾ ਹੀ ਹੁੰਦਾ ਸੀ ਕਿ ਸ਼ਿਕਾਰ ਕਰਨਾ ਹੈ, ਭੋਜਨ ਇਕੱਠਾ ਕਰਨਾ ਹੈ, ਫਲ ਫਰੂਟ ਦੇ ਜੋ ਦਰਖਤ ਹਨ ਉਹ ਲੱਭਣੇ ਹਨ, ਉੱਥੋਂ ਭੋਜਨ ਇਕੱਠਾ ਕਰਨਾ ਹੈ ਤੇ ਉਹਨੂੰ ਖਾ ਲੈਣਾ ਹੈ। ਇੰਨਾ ਕੁ ਕਾਰਜ ਹੁੰਦਾ ਸੀ ਤੇ ਉਹ ਬਿਰਤੀ ਮਨੁੱਖ ਦੀ ਅੱਜ ਵੀ ਹੈ। ਪਰ ਹੁਣ ਅਸੀਂ ਆਪਣੀਆਂ ਜ਼ਰੂਰਤਾਂ ਨੂੰ ਲੋੜ ਤੋਂ ਵੱਧ ਵਧਾ ਲਿਆ। ਇਸ ਕਰਕੇ ਸਾਨੂੰ ਕੰਮ ਵੀ ਕਰਨੇ ਪੈਂਦੇ ਨੇ, ਪੈਸਾ ਵੀ ਕਮਾਉਣਾ ਪੈਂਦਾ। ਉਹਨਾਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ ਦਿਲ ਕਿਸੇ ਦਾ ਨਹੀਂ ਕਰਦਾ। ਅੰਦਰ ਜੋ ਬਿਰਤੀ ਹੈ ਉਹ ਕੰਮ ਕਰਨ ਵਾਲੀ ਨਹੀਂ ਹੈ, ਤਾਂ ਹੀ ਕੰਮ ਸਾਨੂੰ ਕੰਮ ਲੱਗਦਾ ਹੈ। ਤੇ ਜਦੋਂ ਮਨੁੱਖ ਪਰਮਾਤਮਾ ਦੇ ਸਿਮਰਨ ਵਿੱਚ ਜੁੜ ਜਾਂਦਾ ਹੈ ਤਾਂ ਇਹ ਜੋ ਫਾਲਤੂ ਦੀਆਂ ਜ਼ਰੂਰਤਾਂ ਅਸੀਂ ਇਕੱਠੀਆਂ ਕਰ ਰੱਖੀਆਂ ਨੇ ਉਹ ਸੰਪੂਰਨ ਹੋ ਜਾਂਦੀਆਂ ਨੇ। ਉਹ ਲੋੜਾਂ ਸਾਨੂੰ ਲੋੜਾਂ ਨਹੀਂ ਲੱਗਦੀਆਂ। ਤੇ ਜਿੰਨੀਆਂ ਕੁ ਬੁਨਿਆਦੀ ਲੋੜਾਂ ਮਨੁੱਖ ਦੀਆਂ ਹਨ, ਉਹਨਾਂ ਨੂੰ ਪੂਰੀਆਂ ਕਰਨ ਦੇ ਲਈ ਜੋ ਵੀ ਸਾਨੂੰ ਕਰਨਾ ਪੈਂਦਾ ਹੈ ਉਹ ਫਿਰ ਸਾਨੂੰ ਕਾਰਜ ਨਹੀਂ ਲੱਗਦਾ, ਕਿਉਂਕਿ ਇਹ ਤੇ ਸਾਡੀ ਬਿਰਤੀ 'ਚ ਹੀ ਹੈ। ਬਾਕੀ ਗੱਲ ਇਹ ਵੀ ਹੈ ਕਿ ਬੁਨਿਆਦੀ ਲੋੜਾਂ ਨੂੰ ਪੂਰੀਆਂ ਕਰਨ ਦੇ ਲਈ ਜੋ ਸਾਨੂੰ ਕਾਰਜ ਕਰਨਾ ਪੈਂਦਾ ਉਹ ਓਨਾ ਕਰਨਾ ਵੀ ਨਹੀਂ ਪੈਣਾ। ਬੁਨਿਆਦੀ ਲੋੜਾਂ ਤਾਂ ਬਹੁਤ ਘੱਟ ਖਰਚੇ ਵਿੱਚ ਹੀ ਪੂਰੀਆਂ ਹੋ ਜਾਂਦੀਆਂ ਨੇ। ਸੋ ਕਾਰਜ ਪੂਰੇ ਦਾ ਜੋ ਭਾਵ ਸੀ ਉਹ ਇਹ ਬਣਦਾ ਹੈ। ਅੱਗੇ ਚੱਲਦੇ ਹਾਂ। ਪ੍ਰਭ ਕੈ ਸਿਮਰਨ ਕਬੂ ਨਾ ਝੂਰੈ। ਜੋ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਕਦੇ ਚਿੰਤਾ ਦੇ ਵੱਸ ਨਹੀਂ ਪੈਂਦਾ, ਝੂਰਦਾ ਨਹੀਂ। ਜੀਵਨ ਦੇ ਵਿੱਚ ਕਿੱਦਾਂ ਦੀਆਂ ਵੀ ਸਥਿਤੀਆਂ ਬਣ ਜਾਣ, ਉਹ ਚੜ੍ਹਦੀ ਕਲਾ ਦੇ ਵਿੱਚ ਹੀ ਰਹਿੰਦਾ ਹੈ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪਰਮਾਤਮਾ ਦਾ ਸਿਮਰਨ ਕਰਨ ਵਾਲੇ ਮਨੁੱਖ ਦੀ ਬਾਣੀ ਯਾਨੀ ਬੋਲ ਬਾਣੀ ਹਰ ਗੁਣ ਵਾਲੀ ਹੋ ਜਾਂਦੀ ਹੈ, ਅਕਾਲ ਪੁਰਖ ਦੇ ਗੁਣਾਂ ਵਾਲੀ ਹੋ ਜਾਂਦੀ ਹੈ। ਭਾਵ ਕਿ ਉਹ ਮਨੁੱਖ ਅਕਾਲ ਪੁਰਖ ਦੇ ਗੁਣ ਹੀ ਉਚਾਰਦਾ ਹੈ। ਪਰਮਾਤਮਾ ਦੀ ਸਿਫਤ ਸਲਾਹ ਕਰਨਾ ਉਹਦੀ ਆਦਤ ਬਣ ਜਾਂਦੀ ਹੈ।
ਤੇ ਇਸ ਪ੍ਰਕਾਰ ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਉਹ ਸਹਿਜ ਅਵਸਥਾ ਦੇ ਵਿੱਚ ਟਿਕਿਆ ਰਹਿੰਦਾ ਹੈ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਨਿਹਚਲ ਤੋਂ ਭਾਵ ਟਿਕਮਾ ਅਤੇ ਆਸਣ ਤੋਂ ਭਾਵ ਮਨ ਦੀ ਅਵਸਥਾ। ਪ੍ਰਮਾਤਮਾ ਦਾ ਸਿਮਰਨ ਕਰਨ ਵਾਲੇ ਮਨੁੱਖ ਦੇ ਮਨ ਦਾ ਜੋ ਆਸਣ ਹੈ ਉਹ ਟਿਕਮਾ ਬਣ ਜਾਂਦਾ ਹੈ, ਉਹ ਕਦੇ ਡੋਲਦਾ ਨਹੀਂ ਤੇ ਉਹਦਾ ਹਿਰਦੇ ਰੂਪ ਜੋ ਕਮਲ ਦਾ ਫੁੱਲ ਹੈ ਉਹ ਖਿੜ ਜਾਂਦਾ ਹੈ। ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਝੁਨਕਾਰ ਤੋਂ ਭਾਵ ਰਸੀਲੀ ਮਿੱਠੀ ਆਵਾਜ਼, ਅਨਹਦ ਤੋਂ ਭਾਵ ਇੱਕ ਰਸ। ਜਦੋਂ ਮਨੁੱਖ ਪਰਮਾਤਮਾ ਦੇ ਸਿਮਰਨ ਦੇ ਵਿੱਚ ਲੱਗਾ ਹੁੰਦਾ ਹੈ, ਜਦੋਂ ਉਹਦੀ ਬਿਰਤੀ ਪ੍ਰਮਾਤਮਾ ਨਾਲ ਜੁੜੀ ਹੁੰਦੀ ਹੈ, ਤਾਂ ਉਹਦੇ ਮਨ ਦੀ ਅਵਸਥਾ ਕੁਝ ਅਜਿਹੀ ਹੋ ਜਾਂਦੀ ਹੈ ਜਿਵੇਂ ਉਹਦੇ ਅੰਦਰ ਕਿਸੇ ਬੜੀ ਹੀ ਰਸੀਲੀ ਮਿੱਠੀ ਆਵਾਜ਼ ਦੇ ਵਿੱਚ ਇੱਕ ਰਸ, ਕੋਈ ਸਾਜ਼ ਵੱਜ ਰਿਹਾ ਹੋਵੇ। ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਜੋ ਸੁਖ ਪਰਮਾਤਮਾ ਦੇ ਸਿਮਰਨ ਚੋਂ ਉਤਪੰਨ ਹੁੰਦਾ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਕਦੇ ਮੁੱਕਦਾ ਨਹੀਂ। ਸਿਮਰੈ ਸੇ ਜਨ ਜਿਨ ਕਉ ਪ੍ਰਭ ਮਇਆ, ਨਾਨਕ ਤਿਨ ਜਨ ਸ਼ਰਨੀ ਪਇਆ। ਉਹੀ ਮਨੁੱਖ ਪਰਮਾਤਮਾ ਨੂੰ ਸਿਮਰਦੇ ਹਨ ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ। ਹੇ ਨਾਨਕ, ਕੋਈ ਵਡਭਾਗੀ ਮਨੁੱਖ ਹੀ ਉਹਨਾਂ ਸਿਮਰਨ ਕਰਨ ਵਾਲੇ ਭਗਤ ਜਨਾਂ ਦੀ ਸ਼ਰਨ ਦੇ ਵਿੱਚ ਪੈਂਦਾ ਹੈ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਈ। ਪਰਮਾਤਮਾ ਦਾ ਸਿਮਰਨ ਕਰਕੇ ਭਗਤ ਜਨ ਜਗਤ ਦੇ ਵਿੱਚ ਮਸ਼ਹੂਰ ਹੁੰਦੇ ਹਨ ਤੇ ਪਰਮਾਤਮਾ ਦਾ ਸਿਮਰਨ ਕਰਕੇ ਹੀ, ਸਿਮਰਨ ਦੇ ਵਿੱਚ ਜੁੜ ਕੇ ਹੀ ਰਿਸ਼ੀਆਂ ਨੇ ਵੇਦ ਆਦਿਕ ਧਾਰਮਿਕ ਪੁਸਤਕਾਂ ਰਚੀਆਂ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌ ਕੁੰਟ ਜਾਤੇ। ਪਰਮਾਤਮਾ ਦੇ ਸਿਮਰਨ ਦੁਆਰਾ ਹੀ ਮਨੁੱਖ ਸਿੱਧ ਬਣ ਗਏ, ਜਤੀ ਬਣ ਗਏ, ਦਾਤੇ ਬਣ ਗਏ ਤੇ ਜੋ ਨੀਚ ਮਨੁੱਖ ਸਨ ਉਹ ਚਾਰੇ ਖੂੰਜਿਆਂ ਦੇ ਵਿੱਚ ਜਾਣੇ ਜਾਣ ਲੱਗ ਪਏ, ਹਰ ਪਾਸੇ ਮਸ਼ਹੂਰ ਹੋ ਗਏ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਪਰਮਾਤਮਾ ਦੇ ਸਿਮਰਨ ਨੇ ਸਾਰੀ ਹੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ। ਇਸ ਕਰਕੇ ਕਾਰਨ ਕਰਨਾ ਤੋਂ ਭਾਵ ਇਸ ਜਗਤ ਦਾ ਕਰਤਾ, ਕਿ ਹੇ ਭਾਈ ਇਸ ਜਗਤ ਦੇ ਕਰਤਾ ਪਰਮਾਤਮਾ ਨੂੰ ਸਦਾ ਹੀ ਸਿਮਰ। ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ। ਇਸ ਪਰਮਾਤਮਾ ਨੇ ਇਸ ਜਗਤ ਦਾ ਜੋ ਸਰੂਪ ਬਣਾਇਆ ਹੈ, ਗੁਰੂ ਜੀ ਕਹਿੰਦੇ ਕਿ ਪਰਮਾਤਮਾ ਦੇ ਸਿਮਰਨ ਦੇ ਲਈ ਹੀ ਬਣਾਇਆ ਹੈ। ਹਰ ਸਿਮਰਨ ਕੀਓ ਸਗਲ ਆਕਾਰਾ। ਜਿੱਥੇ ਪ੍ਰਮਾਤਮਾ ਦਾ ਸਿਮਰਨ ਹੁੰਦਾ ਹੈ ਉੱਥੇ ਉਹ ਨਿਰੰਕਾਰ ਪ੍ਰਮਾਤਮਾ ਆਪ ਵਸਦਾ ਹੈ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਪ੍ਰਮਾਤਮਾ ਨੇ ਮਿਹਰ ਕਰਕੇ ਜਿਸ ਮਨੁੱਖ ਨੂੰ ਆਪ ਇਹ ਗੱਲ ਬੁਝਾ ਦਿੱਤੀ, ਆਪ ਇਸ ਗੱਲ ਦੀ ਸੂਝ ਦੇ ਦਿੱਤੀ ਕਿ ਪਰਮਾਤਮਾ ਦਾ ਸਿਮਰਨ ਹੀ ਉੱਤਮ ਹੈ, ਉਹੀ ਸਰਬ ਸ੍ਰੇਸ਼ਟ ਹੈ, ਸਾਰੇ ਸੁੱਖ ਦੇਣ ਵਾਲਾ ਹੈ, ਉਸ ਮਨੁੱਖ ਨੇ ਗੁਰੂ ਦੁਆਰਾ ਸਿਮਰਨ ਦੀ ਦਾਤ ਪ੍ਰਾਪਤ ਕਰ ਲਈ। ਸ਼ਲੋਕ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸ਼ਰਨ ਤੁਮਹਰੀ ਆਇਓ, ਨਾਨਕ ਕੇ ਪ੍ਰਭ ਸਾਥ। ਹੇ ਦੀਨਾਂ ਦੇ ਦਰਦ ਤੇ ਦੁੱਖ ਨਾਸ਼ ਕਰਨ ਵਾਲੇ ਪ੍ਰਮਾਤਮਾ, ਹਰੇਕ ਸਰੀਰ ਵਿੱਚ ਵਿਆਪਕ ਹਰੀ ਤੇ ਅਨਾਥਾਂ ਦੇ ਨਾਥ ਪ੍ਰਮਾਤਮਾ, ਗੁਰੂ ਨਾਨਕ ਦਾ ਪੱਲਾ ਫੜ ਕੇ ਮੈਂ ਤੇਰੀ ਸ਼ਰਨ ਆਇਆ ਹਾਂ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 263ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਪਹਿਲੀ ਅਸ਼ਟਪਦੀ ਅਸੀਂ ਪੜ੍ਹ ਲਈ ਹੈ। ਅੱਜ ਦੀ ਬਾਣੀ ਦੇ ਵਿੱਚੋਂ ਪੂਰਨ ਆਸਾ ਤੇ ਕਾਰਜ ਪੂਰੇ, ਇਹ ਦੋ ਕਨਸੈਪਟ ਸਾਨੂੰ ਸਮਝ ਦੇ ਵਿੱਚ ਆਏ ਹਨ ਕਿ ਕਿਸ ਪ੍ਰਕਾਰ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਮਨ ਜੋੜਿਆਂ
ਆਸਾਂ ਵੀ ਪੂਰੀਆਂ ਹੋ ਜਾਂਦੀਆਂ ਨੇ ਤੇ ਆਸਾਂ ਪੂਰੀਆਂ ਹੋਣ ਦਾ ਮਤਲਬ ਕੀ ਹੈ ਇਹ ਅਸੀਂ ਜਾਣ ਲਿਆ ਹੈ। ਕਾਰਜ ਵੀ ਪੂਰੇ ਹੋ ਜਾਂਦੇ ਨੇ ਤੇ ਕਾਰਜ ਪੂਰੇ ਹੋਣ ਦਾ ਅਰਥ ਕੀ ਹੈ ਇਹ ਵੀ ਅਸੀਂ ਜਾਣਿਆ ਹੈ। ਤੇ ਸ਼ਲੋਕ ਵਾਲੀਆਂ ਪੰਕਤੀਆਂ ਦੇ ਵਿੱਚ ਜਿਸ ਪ੍ਰਕਾਰ ਗੁਰੂ ਅਰਜਨ ਸਾਹਿਬ ਨੇ ਕਿਹਾ ਹੈ ਕਿ ਉਹ ਗੁਰੂ ਨਾਨਕ ਦਾ ਪੱਲਾ ਫੜ ਕੇ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆਏ ਹਨ, ਆਓ ਅਸੀਂ ਵੀ ਗੁਰੂ ਸਾਹਿਬ ਦਾ ਪੱਲਾ ਫੜ ਕੇ ਉਸ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਜਾ ਪਈਏ ਤੇ ਉਸ ਪ੍ਰਮਾਤਮਾ ਦੇ ਨਾਲ ਸਾਂਝ ਪਾਈਏ, ਆਪਣੀ ਬਿਰਤੀ ਨੂੰ ਉਸ ਪ੍ਰਮਾਤਮਾ ਦੇ ਨਾਲ ਜੋੜੀਏ ਤੇ ਪ੍ਰਭ ਸਿਮਰਨ ਦੇ ਜੋ ਵੀ ਫਾਇਦੇ ਇਸ ਅਸ਼ਟਪਦੀ ਦੇ ਵਿੱਚ ਅਸੀਂ ਪੜ੍ਹੇ ਹਨ ਉਹਨਾਂ ਦਾ ਆਨੰਦ ਮਾਣੀਏ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।